तो ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ ਦੇ ਉੱਪਰ। ਤਾਂ ਦੋਸਤੋ ਆਓ ਸ਼ੁਰੂ ਕਰਦੇ ਹਾਂ ਅਸੀਂ MCQs ਰਿਲੇਟਡ ਵਿਦ ਰੈਸਪੀਰੇਟਰੀ ਸਿਸਟਮ, ਸਾਡੇ ਸਾਹ ਪ੍ਰਣਾਲੀ ਦੇ ਨਾਲ ਸੰਬੰਧਿਤ ਕੁਐਸਚਨ ਆਨਸਰ। ਫਸਟ ਕੁਐਸਚਨ ਦੇਖਦੇ ਹਾਂ ਜੀ, ਵਟ ਇਜ਼ ਦ ਪ੍ਰਾਇਮਰੀ ਫੰਕਸ਼ਨ ਆਫ ਦ ਰੈਸਪੀਰੇਟਰੀ ਸਿਸਟਮ। ਸਾਡੀ ਸਾਹ ਪ੍ਰਣਾਲੀ ਦਾ ਪ੍ਰਾਇਮਰੀ ਫੰਕਸ਼ਨ ਕੀ ਹੈ? ਟਰਾਂਸਪੋਰਟਿੰਗ ਆਕਸੀਜਨ ਟੂ ਦ ਬੋਡੀ ਸੈਲਸ, ਬੋਡੀ ਸੈਲਸ ਨੂੰ ਆਕਸੀਜਨ ਦੇਣੀ ਜੀ। ਰਿਮੂਵਿੰਗ ਕਾਰਬਨ ਡਾਈਆਕਸਾਈਡ ਫਰੋਮ ਦ ਬੋਡੀ ਸੈਲਸ, ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਚੋਂ ਜਿਹੜੀ ਕਾਰਬਨ ਡਾਈਆਕਸਾਈਡ ਆ ਉਹਨੂੰ ਰਿਮੂਵ ਕਰਨਾ। ਰੈਗੂਲੇਟਿੰਗ ਬਲੱਡ ਪੀਐਚ, ਬਲੱਡ ਦਾ ਪੀਐਚ ਲੈਵਲ, ਪੀਐਚ ਹੁੰਦਾ ਜੀ ਪਾਵਰ ਆਫ ਹਾਈਡਰੋਜਨ, ਜਿਹੜਾ ਹਾਈਡਰੋਜਨ ਕੰਸਨਟ੍ਰੇਸ਼ਨ ਹੈ ਬਲੱਡ ਦੇ ਵਿੱਚ ਉਹਨੂੰ ਰੈਗੂਲੇਟ ਕਰਨਾ। ਔਰ ਆਲ ਆਫ ਦਾ ਅਬਵ। ਤਾਂ ਇਹਦਾ ਰਾਈਟ ਆਨਸਰ ਆਊਗਾ ਜੀ ਆਪਸ਼ਨ ਡੀ, ਜਿਹਦਾ ਕੀ ਹੈਗਾ ਕਿ ਸਾਰੇ ਕੰਮ ਕਰਨੇ ਨੇ ਸਾਡੇ ਜਿਹੜੇ ਰੈਸਪੀਰੇਟਰੀ ਸਿਸਟਮ ਨੇ। ਇਹਨਾਂ ਨੇ ਆਕਸੀਜਨ ਆ ਜਿਹੜਾ ਉਹਨੂੰ ਵੀ ਟਰਾਂਸਪੋਰਟ ਕਰਨਾ ਸਾਡੇ ਸੈਲਸ ਤੱਕ, ਅਤੇ ਨਾਲ ਹੀ ਇਹਨਾਂ ਨੇ ਜਿਹੜੀ ਕਾਰਬਨ ਡਾਈਆਕਸਾਈਡ ਆ ਉਹਨੂੰ ਵੀ ਰਿਮੂਵ ਕਰਨਾ, ਐਜ਼ ਵੈਲ ਐਜ਼ ਜਿਹੜਾ ਬਲੱਡ ਦਾ ਸਾਡਾ ਪੀਐਚ ਲੈਵਲ ਹੈ ਉਹਨੂੰ ਵੀ ਰੈਗੂਲੇਟ ਕਰਨਾ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਰੈਸਪੀਰੇਟਰੀ ਸਿਸਟਮ। ਰੈਸਪੀਰੇਟਰੀ ਸਿਸਟਮ ਦਾ ਪਾਰਟ ਕਿਹੜਾ ਨਹੀਂ ਹੈਗਾ ਜੀ? ਲੰਗਸ ਹੈਗੇ ਨੇ, ਟਰਕੀਆ ਵੀ ਹੈਗੀ ਹੈ, ਹਾਰਟ ਹੈ ਜਿਹੜਾ ਸਰਕੂਲੇਟਰੀ ਸਿਸਟਮ ਦਾ ਪਾਰਟ ਹੈ, ਬ੍ਰੌਂਚੀ ਹੈ ਜਿਹੜੀ ਉਹ ਵੀ ਰੈਸਪੀਰੇਟਰੀ ਸਿਸਟਮ ਦਾ ਪਾਰਟ ਹੈ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਟ ਇਜ਼ ਦ ਨੇਮ ਆਫ ਦ ਮਸਲ ਦੈਟ ਸੈਪਰੇਟਸ ਦ ਥਰੈਕਿਕ ਐਂਡ ਐਬਡੋਮੀਨਲ ਕੈਵਿਟੀਜ਼। ਤਾਂ ਕਿਹੜਾ ਮਸਲ ਹੈ ਜਿਹੜਾ ਸੈਪਰੇਟ ਕਰਦੇ ਜੀ ਐਬਡੋਮੀਨਲ ਕੈਵਿਟੀ ਅਤੇ ਥਰੈਕਿਕ ਕੈਵਿਟੀ ਨੂੰ? ਤਾਂ ਇਹਦਾ ਰਾਈਟ ਆਨਸਰ ਹੈਗਾ ਜੀ ਸਾਡਾ ਡਾਇਆਫਾਰਮ। ਡਾਇਆਫਾਰਮ ਸਾਡਾ ਪੇਟ ਦਾ ਜਿਹੜਾ ਪਰਦਾ ਕਹਿੰਦੇ ਆ ਉਹ ਐਬਡੋਮੀਨਲ ਕੈਵਿਟੀ ਅਤੇ ਸਾਡਾ ਜਿਹੜਾ ਥੋਰੈਕਿਕ ਕੈਵਿਟੀ ਉਹਨਾਂ ਨੂੰ ਅਲੱਗ-ਅਲੱਗ ਕਰਦਾ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਟ ਇਜ਼ ਦ ਨੇਮ ਆਫ ਦ ਟਾਈਨੀ ਏਅਰ ਸੈਕਸ ਇਨ ਦ ਲੰਗਸ ਵੇਅਰ ਗੈਸ ਐਕਸਚੇਂਜ ਓਕਰ। ਤਾਂ ਸਾਡੇ ਲੰਗਸ ਦੇ ਵਿੱਚ ਉਹ ਕਿਹੜੇ ਛੋਟੇ-ਛੋਟੀਆਂ ਆਕਿਰਤੀਆਂ ਹੈਗੀਆਂ ਨੇ ਜਿਹੜੀਆਂ ਕਿ ਗੈਸਿਸ ਐਕਸਚੇਂਜ ਕਰਨ ਦੇ ਵਿੱਚ ਇਨਵੋਲਵ ਹੈਗੀਆਂ ਨੇ? ਤਾਂ ਇਹਦਾ ਰਾਈਟ ਆਨਸਰ ਹੈਗਾ ਜੀ ਐਲਵਿਓਲੋਇਸ। ਐਲਵਿਓਲੋਇਸ ਅੰਗਰੇਜ਼ੀ ਨਾਮ ਹੈ, ਪੰਜਾਬੀ 'ਚ ਇਹਨੂੰ ਹਵਾ ਦੇ ਗੁਬਾਰੇ ਕਹਿ ਦਿੰਦੇ ਹਾਂ ਅਸੀਂ, ਅਤੇ ਵੈਸੇ ਇਹਨਾਂ ਨੂੰ ਨੋਰਮਲ ਭਾਸ਼ਾ ਦੇ ਵਿੱਚ ਏਅਰ ਸੈਕਸ ਬੋਲ ਦਿੱਤਾ ਜਾਂਦਾ ਹੈ। ਜਿਹੜੀ ਵੀ ਗੈਸਿਸ ਐਕਸਚੇਂਜ ਹੁੰਦੀ ਹੈ, ਜਿਹੜਾ ਤੁਸੀਂ ਬਾਹਰ ਤੋਂ ਸਾਹ ਲੈਂਦੇ ਹੋ ਉਹਦੇ ਵਿੱਚੋਂ ਆਕਸੀਜਨ ਕੱਢਣ ਦਾ ਕੰਮ ਕੌਣ ਕਰਦੇ ਨੇ ਜੀ? ਐਲਵਿਓਲੋਇਸ। ਨੈਕਸਟ ਦੇਖ ਲਈਏ ਜੀ, ਵਟ ਇਜ਼ ਦ ਫੰਕਸ਼ਨ ਆਫ ਸੀਲੀਆ ਇਨ ਦ ਰੈਸਪੀਰੇਟਰੀ ਸਿਸਟਮ। ਰੈਸਪੀਰੇਟਰੀ ਸਿਸਟਮ ਦੇ ਵਿੱਚ ਸੀਲੀਆ ਦਾ ਕੰਮ ਕੀ ਹੈ ਜੀ? ਟੂ ਸੀਕ੍ਰੇਟ ਮਿਊਕਸ, ਮਿਊਕਸ ਨੂੰ ਸੀਕ੍ਰੇਟ ਕਰਨਾ। ਟੂ ਟਰੈਪ ਪਾਰਟੀਕਲਸ ਐਂਡ ਮੂਵ ਦੈਮ ਆਊਟ ਆਫ ਦ ਰੈਸਪੀਰੇਟਰੀ ਟਰੈਕ, ਜਿਹੜੇ ਵੀ ਪਾਰਟੀਕਲਸ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਸਰੀਰ ਦੇ ਲਈ ਨੁਕਸਾਨਦਾਇਕ ਨੇ ਉਹਨਾਂ ਨੂੰ ਟਰੈਪ ਕਰਨਾ। ਟੂ ਪ੍ਰੋਡਿਊਸ ਸਰਫੈਕੈਂਟ, ਸਰਫੈਕੈਂਟ ਨੂੰ ਪ੍ਰੋਡਿਊਸ ਕਰਨਾ। ਟੂ ਕੰਟਰੈਕਟ ਐਂਡ ਐਕਸਪੈਂਡ ਦ ਲੰਗਸ, ਲੰਗਸ ਨੂੰ ਕੰਟਰੈਕਟ ਅਤੇ ਐਕਸਪੈਂਡ ਕਰਨਾ। ਇਹਦਾ ਰਾਈਟ ਆਨਸਰ ਆਊਗਾ ਜੀ ਆਪਸ਼ਨ ਬੀ, ਟਰੈਪ ਕਰਨਾ ਪਾਰਟੀਕਲਸ ਨੂੰ, ਜਿਹੜੇ ਅਨਵਾਂਟਿਡ ਸਬਟਾਂਸਿਸ ਨੇ ਉਹਨਾਂ ਨੂੰ ਸਾਡੀ ਬੋਡੀ ਦੇ ਅੰਦਰ ਜਾਣ ਤੋਂ। ਸੀਲੀਆ ਛੋਟੇ ਛੋਟੇ ਬਾਲਾਂ ਨੂੰ ਆਖਿਆ ਜਾਂਦਾ। ਨੈਕਸਟ ਕੁਐਸਚਨ ਦੇਖ ਲੈਂਦੇ ਹਾਂ ਜੀ, ਹੇਠ ਲਿਖਿਆਂ ਦੇ ਵਿੱਚੋਂ ਰੈਸਪੀਰੇਟਰੀ ਡਿਸਆਰਡਰ ਕਿਹੜਾ ਨਹੀਂ ਹੈਗਾ? ਅਸਟਮਾ ਵੀ ਹੈਗਾ ਜੀ, ਬ੍ਰੌਂਚਿਸਟ ਵੀ ਹੈਗਾ, ਐਪੀਲੈਪਸੀ ਹੈ ਜਿਹੜਾ ਇਹ ਸਾਡਾ ਰੈਸਪੀਰੇਟਰੀ ਡਿਸਆਰਡਰ ਨਹੀਂ ਹੈਗਾ, ਇੱਕ ਬਿਮਾਰੀ ਹੈ ਬ੍ਰੇਨ ਦੇ ਨਾਲ ਸੰਬੰਧਿਤ। ਐਪੀਫਿਜ਼ੀਮਾ ਜਿਹੜਾ ਇਹ ਵੀ ਸਾਹ ਦੇ ਨਾਲ ਸੰਬੰਧਿਤ ਰੋਗ ਹੈ। ਵਿਚ ਆਫ ਦ ਫੋਲੋਇੰਗ ਇਜ਼ ਅ ਕਾਮਨ ਸਿੰਪਟਮ ਆਫ ਰੈਸਪੀਰੇਟਰੀ ਡਿਸਆਰਡਰ। ਹੇਠ ਲਿਖਿਆਂ ਦੇ ਵਿੱਚੋਂ ਜੇਕਰ ਤੁਹਾਨੂੰ ਰੈਸਪੀਰੇਟਰੀ ਡਿਸਆਰਡਰ ਹੋ ਜਾਂਦਾ ਕਿਸੇ ਕਾਰਨ ਕਰਕੇ ਤਾਂ ਸਿੰਪਟਮ ਕਿਹੜਾ? ਜਿਹਦਾ ਰਾਈਟ ਆਨਸਰ ਆਊਗਾ ਸ਼ਾਰਟਨ ਆਫ ਬ੍ਰੈਥ, ਤੁਹਾਡਾ ਸਾਹ ਹੈ ਜਿਹੜਾ ਉਹ ਛੋਟਾ ਹੋਣਾ ਸ਼ੁਰੂ ਹੋ ਜਾਏਗਾ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਰਿਸਕ ਫੈਕਟਰ ਫॉर ਰੈਸਪੀਰੇਟਰੀ ਡਿਸਆਰਡਰ। ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਜਿਹੜਾ ਰਿਸਕ ਫੈਕਟਰ ਨਹੀਂ ਹੈਗਾ ਰੈਸਪੀਰੇਟਰੀ ਡਿਸਆਰਡਰ ਦੇ ਲਈ? ਸਮੋਕਿੰਗ ਬਿਲਕੁਲ ਹੈਗਾ ਜੀ, ਏਅਰ ਪੋਲਿਊਸ਼ਨ ਹੈਗਾ, ਐਕਸਰਸਾਈਜ਼ ਹੈ ਜਿਹੜੀ ਇਹ ਤਾਂ ਬੈਨੀਫੀਸ਼ੀਅਲ ਹੈ ਨਾ ਕਿ ਰਿਸਕ ਫੈਕਟਰ ਹੈ। ਤਾਂ ਇਹਦਾ ਰਾਈਟ ਆਨਸਰ ਹੋਊਗਾ ਆਪਸ਼ਨ ਸੀ, ਓਕੂਪੇਸ਼ਨਲ ਐਕਸਪੋਜਰ ਵੀ ਹੋ ਸਕਦਾ, ਕੋਈ ਕੋਲਿਆਂ ਦੀ ਖਾਨਾਂ 'ਚ ਕੰਮ ਕਰਦਾ ਕੋਈ ਕਿਤੇ ਹੈ ਨਾ, ਤਾਂ ਉਹਨਾਂ ਨੂੰ ਜਿਹੜਾ ਕਿੱਤਾ ਹੈ ਉਹਨਾਂ ਦਾ ਉਹ ਵੀ ਕਾਰਨ ਬਣ ਸਕਦਾ ਰੈਸਪੀਰੇਟਰੀ ਡਿਸੀਜ਼ ਦਾ। ਅਗਲਾ ਕੁਐਸਚਨ ਦੇਖ ਲਈਏ ਜੀ, ਵਟ ਇਜ਼ ਦ ਨੋਰਮਲ ਰੈਸਪੀਰੇਟਰੀ ਰੇਟ ਫॉर ਐਨ ਐਡਲਟ ਐਟ ਰੈਸਟ। ਤਾਂ ਰੈਸਟ ਦੇ ਵਿੱਚ ਜੀ ਇੱਕ ਐਡਲਟ ਹੈ ਜਿਹੜਾ ਉਹਦੇ ਲਈ ਨੋਰਮਲ ਰੇਟ ਹੈ ਜਿਹੜਾ ਕੀ ਹੋਊਗਾ ਰੈਸਪੀਰੇਸ਼ਨ ਦਾ? ਤਾਂ ਇਹਦਾ ਰਾਈਟ ਆਨਸਰ ਆਏਗਾ ਜੀ 16 ਤੋਂ 20 ਬ੍ਰੇਥਸ ਪਰ ਮਿੰਟ। ਕਿਤੇ ਕਿਤੇ ਤੁਹਾਨੂੰ ਇਹ 12 ਤੋਂ 20 ਬ੍ਰੇਥਸ ਨੇ ਜਿਹੜੇ ਉਹ ਵੀ ਲਿਖੇ ਮਿਲ ਸਕਦੇ ਨੇ, ਕਈ ਜਗ੍ਹਾ 'ਤੇ 12 ਤੋਂ 17 ਨੇ ਜਿਹੜੇ ਉਹ ਵੀ ਲਿਖੇ ਮਿਲ ਸਕਦੇ ਨੇ। ਤਾਂ ਰਾਈਟ ਆਨਸਰ ਜਿਹੜਾ 12 ਤੋਂ 20 ਦੇ ਵਿੱਚ ਹੀ ਆਏਗਾ ਇਸ ਦਾ। ਨੈਕਸਟ ਕੁਐਸਚਨ ਜੀ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਫੰਕਸ਼ਨ ਆਫ ਦ ਨੇਜ਼ਲ ਕੈਵਿਟੀ। ਨੇਜ਼ਲ ਕੈਵਿਟੀ ਦਾ ਫੰਕਸ਼ਨ ਕਿਹੜਾ ਨਹੀਂ ਹੈਗਾ ਜੀ? ਵਾਰਮਿੰਗ ਐਂਡ ਹਿਊਮਿਡੀਫਾਈਂਗ ਇਨਹੇਲਡ ਏਅਰ। ਤਾਂ ਬਿਲਕੁਲ ਸਾਡਾ ਨੱਕ ਹੈ ਜਿਹੜਾ ਹਵਾ ਨੂੰ ਗਰਮ ਵੀ ਕਰਦਾ ਅਤੇ ਉਹਨੂੰ ਕੀ ਕਰਦਾ ਜੀ? ਨਮੀ ਵੀ ਪ੍ਰਦਾਨ ਕਰਦਾ। ਫਿਲਟਰਿੰਗ ਆਊਟ ਲਾਰਜ ਪਾਰਟੀਕਲਸ, ਜਿਹੜੇ ਲਾਰਜ ਪਾਰਟੀਕਲ ਨੇ ਧੂੜ ਕਣ ਨੇ ਉਹਨਾਂ ਨੂੰ ਫਿਲਟਰ ਕਰਨ ਦਾ ਵੀ ਕੰਮ ਕਰਦਾ ਜੀ। ਪ੍ਰੋਡਿਊਸਿੰਗ ਮਿਊਕਸ, ਬਿਲਕੁਲ ਮਿਊਕਸ ਵੀ ਪ੍ਰੋਡਿਊਸ ਕਰਦਾ। ਟਰਾਂਸਪੋਰਟਿੰਗ ਆਕਸੀਜਨ ਟੂ ਲੰਗਸ, ਤਾਂ ਇਹ ਗਲਤ ਹੈ ਜੀ। ਜਿਹੜੇ ਸਾਡਾ ਨੱਕ ਹੈ ਉਹ ਇਕੱਲੀ ਆਕਸੀਜਨ ਨਹੀਂ ਬਾਕੀ ਸਾਰੀਆਂ ਗੈਸਿਸ ਨੂੰ ਵੀ ਨਾਲ ਹੀ ਟਰਾਂਸਪੋਰਟ ਕਰਦਾ ਸਾਡੇ ਲੰਗਸ ਤੱਕ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਫੰਕਸ਼ਨ ਆਫ ਦ ਫੈਰਿੰਕਸ।
ਫੈਰਿਕਸ ਦਾ ਫੰਕਸ਼ਨ ਹੇਠ ਲਿਖਿਆਂ 'ਚੋਂ ਕਿਹੜਾ ਨਹੀਂ? ਪ੍ਰੋਵਾਈਡਿੰਗ ਅ ਪਾਸਵੇ ਫॉर 에ਅਰ ਐਂਡ ਫੂਡ, ਸਹੀ ਹੈ ਜੀ। ਹਵਾ ਅਤੇ ਖਾਣੇ ਨੂੰ ਲੰਘਣ ਲਈ ਰਸਤਾ ਦਿੰਦਾ ਹੈ। ਪ੍ਰੋਡਿਊਸਿੰਗ ਮਿਊਕਸ, ਤਾਂ ਮਿਊਕਸ ਪ੍ਰੋਡਿਊਸ ਕਰਨਾ ਇਸ ਦਾ ਕੰਮ ਨਹੀਂ ਹੈਗਾ ਜੀ। ਮਿਊਕਸ ਪ੍ਰੋਡਿਊਸ ਕਰਨਾ ਕੰਮ ਹੈਗਾ ਸਾਡੇ ਨੱਕ ਦਾ। ਫਿਲਟਰਿੰਗ ਆਊਟ ਲਾਰਜ ਪਾਰਟੀਕਲ ਨੂੰ ਫਿਲਟਰ ਕਰਦਾ ਜੀ। ਅਸਿਸਟਿੰਗ ਇਨ ਸਪੀਚ ਪ੍ਰੋਨਾਊਂਸੀਏਸ਼ਨ, ਜਿਹੜਾ ਵੀ ਕੁਛ ਅਸੀਂ ਬੋਲਦੇ ਹਾਂ ਤਾਂ ਲੈਰਿਕਸ ਤੋਂ ਹੁੰਦਾ ਹੋਇਆ ਉਹ ਫੈਰਿਕਸ ਹੈ ਜਿਹੜਾ ਉਹਦੇ ਰਾਹੀਂ ਆਉਂਦਾ, ਤਾਂ ਉਹਨੂੰ ਅਸਿਸਟ ਵੀ ਕਰਦਾ ਸਾਡਾ ਫੈਰਿਕਸ। ਤਾਂ ਨੈਕਸਟ ਕੁਐਸਚਨ ਹੈਗਾ ਜੀ, ਵਟ ਇਜ਼ ਦਾ ਨੇਮ ਆਫ ਦਾ ਸਟਰਕਚਰ ਦੈਟ ਪ੍ਰੀਵੈਂਟਸ ਫੂਡ ਫਰੋਮ ਐਂਟਰਿੰਗ ਦਾ ਟਰਕੀਆ ਡਿਊਰਿੰਗ ਸਵੈਲੋਇੰਗ। ਜਦੋਂ ਤੁਸੀਂ ਖਾਣਾ ਖਾ ਰਹੇ ਹੋ ਤਾਂ ਕਿਹੜਾ ਸਟਰਕਚਰ ਹੈ ਜਿਹੜਾ ਤੁਹਾਡੀ ਹਵਾ ਨਾਲੀ ਦੇ ਵਿੱਚ ਖਾਣਾ ਨਹੀਂ ਜਾਣ ਦਿੰਦਾ? ਤਾਂ ਉਹ ਹੈਗਾ ਜੀ ਐਪੀਗਲੋਟਿਸ ਬੋਲਬ ਕਹਿ ਦਿੰਦੇ ਆ। ਇੱਕ ਢੱਕਣ ਹੁੰਦਾ ਜਿਹੜਾ ਕਿ ਜਦੋਂ ਤੁਸੀਂ ਖਾਣਾ ਖਾ ਰਹੇ ਹੁੰਦੇ ਹੋ ਸਾਹ ਨਾਲੀ ਦੇ ਉੱਪਰ ਆਪਣੇ ਆਪ ਆ ਕੇ ਲੱਗ ਜਾਂਦਾ। ਨੈਕਸਟ ਕੁਐਸਚਨ ਦੇਖ ਲਿਆ ਜੀ, ਵਟ ਇਜ਼ ਦਾ ਨੇਮ ਆਫ ਦਾ ਟਿਊਬ ਦੈਟ ਕੈਰੀਜ਼ ਏਅਰ ਫਰੋਮ ਦਾ ਫੈਰਿਕਸ ਟੂ ਲੰਗਸ। ਤਾਂ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਟਿਊਬ ਹੈ ਜੀ ਜਿਹੜੀ ਫੈਰਿਕਸ ਤੋਂ ਲੈ ਕੇ ਲੰਗਸ ਤੱਕ ਜਿਹੜਾ ਹੈ ਉਹ ਲੈ ਕੇ ਜਾਂਦੀ ਹੈ ਹਵਾ ਨੂੰ? ਤਾਂ ਟਰਕੀਆ, ਬ੍ਰੌਂਚੀ, ਐਲਵੀਲੋਇਸ ਔਰ ਬ੍ਰੌਂਕਾਈਲਸ। ਤੇ ਤਾਂ ਰਾਈਟ ਆਨਸਰ ਹੈਗਾ ਜੀ ਆਪਸ਼ਨ ਏ ਟਰਕੀਆ। ਟਰਕੀਆ ਜਿਹੜੀ ਉਹ ਸਾਡੇ ਲੰਗਸ ਤੇ ਲੈਰਿਕਸ ਦੇ ਨਾਲ ਜੁੜੀ ਹੁੰਦੀ ਹੈ ਜੀ। ਤਾਂ ਫੈਰਿਕਸ ਤੋਂ ਬਾਅਦ ਲੈਰਿਕਸ ਆਉਂਦਾ, ਲੈਰਿਕਸ ਤੋਂ ਬਾਅਦ ਟਰਕੀਆ ਜਿਹੜੀ ਕਿ ਲੰਗਸ ਦੇ ਨਾਲ ਜੁੜੀ ਹੁੰਦੀ ਹੈ। ਟਰਕੀਆ ਤੋਂ ਬਾਅਦ ਬ੍ਰੌਂਚੀ ਆਉਂਦੀ ਹੈ, ਬ੍ਰੌਂਚੀ ਤੋਂ ਬਾਅਦ ਬ੍ਰੌਂਕਾਈਲਸ ਆਉਂਦੇ ਨੇ ਤੇ ਫਿਰ ਲੰਗਸ ਆਉਂਦੇ ਨੇ। ਨੈਕਸਟ ਕੁਐਸਚਨ ਦੇਖ ਲਈਏ, ਵਟ ਇਜ਼ ਦਾ ਨੇਮ ਆਫ ਦਾ ਸਮੋਲ 에ਅਰਬੇਸ ਦੈਟ ਬ੍ਰਾਂਚ ਆਫ ਫਰੋਮ ਦਾ ਬ੍ਰੌਂਚੀ। ਤਾਂ ਬ੍ਰੌਂਚੀ ਅੱਗੇ ਜਾ ਕੇ ਦੋ ਭਾਗਾਂ ਦੇ ਵਿੱਚ ਵੰਡੇ ਜਾਂਦੇ ਆ ਜੀ, ਇੱਕ ਖੱਬੇ ਪਾਸੇ ਜਾਂਦੀ ਹੈ, ਇੱਕ ਸੱਜੇ ਪਾਸੇ। ਇਹਨਾਂ ਨੂੰ ਬੋਲਦੇ ਹਾਂ ਅਸੀਂ ਬ੍ਰੌਂਕਾਈਲਸ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਟ ਇਜ਼ ਦਾ ਮੈਕਸਿਮਮ ਵੋਲੀਅਮ ਆਫ ਏਅਰ ਅ ਪਰਸਨ ਕੈਨ ਬਰੇਥ ਇਨ ਡਿਊਰਿੰਗ ਅ ਸਿੰਗਲ ਇਨਹੈਲੇਸ਼ਨ। ਤਾਂ ਜਦੋਂ ਵੀ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਮੈਕਸਿਮਮ ਏਅਰ ਹੈ ਜਿਹੜੀ ਉਹ ਇਨਹੇਲ ਕਰ ਸਕਦਾ ਹੈ, ਯਾਨੀ ਕਿ ਇਕੱਲੀ ਅੰਦਰ ਲੈ ਕੇ ਜਾਣ ਦੀ ਗੱਲ ਕੀਤੀ ਗਈ ਹੈ ਜੀ। ਅਤੇ ਰੈਸਪੀਰੇਟਰੀ ਜਿਹੜੀਆਂ ਹੈਗੀਆਂ ਨੇ ਕਪੈਸਿਟੀ ਜਾਂ ਵੋਲੀਅਮਸ ਨੇ, ਇਹਨਾਂ ਨੂੰ ਦੇਖ ਲਈਏ ਇੱਕ ਵਾਰ ਅਸੀਂ। ਤਾਂ ਜਦੋਂ ਤੁਸੀਂ ਕੋਈ ਵੀ ਸਾਹ, ਇੱਕ ਤਾਂ ਨੋਰਮਲ ਤੁਸੀਂ ਸਾਹ ਅੰਦਰ ਲੈ ਜਾ ਰਹੇ ਹੋ, ਬਾਹਰ ਛੱਡ ਰਹੇ ਹੋ, ਪਰ ਜੇਕਰ ਤੁਸੀਂ ਪੂਰੇ ਜ਼ੋਰ ਨਾਲ ਸਾਹ ਜਿਹੜਾ ਉਹ ਅੰਦਰ ਖਿੱਚੋਗੇ, ਵੱਧ ਤੋਂ ਵੱਧ ਕਿੰਨੀ ਹਵਾ ਅੰਦਰ ਲੈ ਕੇ ਜਾ ਸਕਦੇ ਹੋ, ਉਹਨੂੰ ਅਸੀਂ ਬੋਲਦੇ ਹਾਂ ਜੀ ਇੰਸਪੀਰੇਟਰੀ ਰਿਜ਼ਰਵ ਵੋਲੀਅਮ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦਾ ਫੋਲੋਇੰਗ ਰੀਪ੍ਰਜੈਂਟ ਦਾ ਟੋਟਲ ਅਮਾਊਂਟ ਆਫ ਏਅਰ ਅ ਪਰਸਨ ਕੈਨ ਫੋਰਸਫੁਲੀ ਐਗਜ਼ੇਲ ਆਫਟਰ ਟੇਕਿੰਗ ਅ ਡੀਪ ਬ੍ਰੇਥ। ਤੁਸੀਂ ਜਿੰਨਾ ਵੀ ਲੰਮਾ ਅੰਦਰ ਸਾਹ ਖਿੱਚ ਸਕਦੇ ਹੋ, ਉਨਾ ਲੰਮਾ ਸਾਹ ਹੈ ਜਿਹੜਾ ਉਹ ਅੰਦਰ ਤੁਸੀਂ ਨੇ ਖਿੱਚ ਲਿਆ। ਉਹ ਸਾਹ ਨੂੰ ਅੰਦਰ ਖਿੱਚਣ ਤੋਂ ਬਾਅਦ ਜਦੋਂ ਤੁਸੀਂ ਫੋਰਸਫੁਲੀ ਬਾਹਰ ਕੱਢੋਗੇ ਸਾਰੀ ਦੀ ਸਾਰੀ ਹਵਾ ਇੱਕੋ ਵਾਰ, ਤਾਂ ਉਹਨੂੰ ਕੀ ਕਹਾਂਗੇ ਜੀ ਅਸੀਂ? ਵਾਈਟਲ ਕਪੈਸਿਟੀ। ਵਾਈਟਲ ਕਪੈਸਿਟੀ ਨੂੰ ਮੇਜਰ ਕੀਤਾ ਜਾਂਦਾ ਜੀ ਸਪਾਇਰੋਮੀਟਰ ਦੇ ਨਾਲ। ਨੈਕਸਟ ਕੁਐਸਚਨ ਦੇਖ ਰਹੇ ਜੀ, ਵਟ ਇਜ਼ ਦਾ ਟਰਮਜ਼ ਯੂਜ਼ ਟੂ ਡਿਸਕ੍ਰਾਈਬ ਦਾ ਅਮਾਊਂਟ ਆਫ ਏਅਰ ਦੈਟ ਰਿਮੇਨਸ ਇਨ ਦਾ ਲੰਗਸ ਆਫਟਰ ਅ ਮੈਕਸਿਮਮ ਐਗਜ਼ਹਲੇਸ਼ਨ। ਹੁਣ ਜੇਕਰ ਤੁਸੀਂ ਆਪਣੇ ਫੇਫੜਿਆਂ ਦੇ ਵਿੱਚੋਂ ਹਵਾ ਬਾਹਰ ਕੱਢਣੀ ਸ਼ੁਰੂ ਕਰ ਲੈਂਦੇ ਹੋ ਤਾਂ ਜਿੰਨੀ ਵੀ ਤੁਸੀਂ ਵੱਧ ਤੋਂ ਵੱਧ ਹਵਾ ਬਾਹਰ ਕੱਢ ਸਕਦੇ ਹੋ, ਇੱਕ ਲਿਮਿਟ ਤੱਕ ਕੱਢ ਸਕਦੇ ਹੋ, ਜਿੰਨੀ ਮਰਜ਼ੀ ਹਵਾ ਬਾਹਰ ਕੱਢ ਲਓ, ਤਾਂ ਸਾਰੀ ਦੀ ਸਾਰੀ ਹਵਾ ਬਾਹਰ ਕੱਢਣ ਤੋਂ ਬਾਅਦ ਵੀ ਸਾਡੇ ਫੇਫੜਿਆਂ ਦੇ ਵਿੱਚ ਥੋੜ੍ਹੀ ਬਹੁਤ ਹਵਾ ਹੈ ਜਿਹੜੀ ਉਹ ਬਚੀ ਰਹਿ ਜਾਂਦੀ ਹੈ, ਜਿਹਨੂੰ ਅਸੀਂ ਕੀ ਕਹਿੰਦੇ ਹਾਂ ਜੀ? ਰੈਜ਼ੀਡੂਅਲ ਵੋਲੀਅਮ। ਨੈਕਸਟ ਕੁਐਸਚਨ ਦੇਖ ਰਹੇ ਜੀ, ਵਿਚ ਆਫ ਦਾ ਫੋਲੋਇੰਗ ਰੀਪ੍ਰਜੈਂਟ ਦਾ ਅਮਾਊਂਟ ਆਫ ਏਅਰ ਦੈਟ ਮੂਵਸ ਇਨ ਐਂਡ ਆਊਟ ਆਫ ਦਾ ਲੰਗਸ ਡਿਊਰਿੰਗ ਨਾਰਮਲ ਕੁਆਇਟ ਬਰੀਥਿੰਗ। ਤਾਂ ਜਦੋਂ ਤੁਸੀਂ ਸਾਹ ਲੈਂਦੇ ਹੋ ਨੋਰਮਲ, ਹੁਣ ਤੁਸੀਂ ਸਾਰੇ ਬੈਠੇ ਸਾਹ ਲੈ ਰਹੇ ਹੋਵੋਗੇ ਆਰਾਮ ਨਾਲ, ਅਸੀਂ ਕੋਈ ਜ਼ੋਰ ਨਹੀਂ ਲਾ ਰਹੇ ਸਾਹ ਲੈਣ ਨੂੰ, ਤਾਂ ਤੁਸੀਂ ਨਾ ਹੀ ਧੱਕੇ ਨਾਲ ਸਾਹ ਅੰਦਰ ਲੈ ਕੇ ਜਾ ਰਹੇ ਹੋ, ਨਾ ਹੀ ਧੱਕੇ ਨਾਲ ਸਾਹ ਬਾਹਰ ਲੈ ਕੇ ਆ ਰਹੇ ਹੋ। ਤਾਂ ਇਸ ਕੰਡੀਸ਼ਨ ਨੂੰ ਅਸੀਂ ਬੋਲਦੇ ਹਾਂ ਜੀ ਟਾਈਡਲ ਵੋਲੀਅਮ, ਜਦੋਂ ਅਸੀਂ ਇੱਕ ਨੋਰਮਲ ਸਾਹ ਲੈ ਰਹੇ ਹੁੰਦੇ ਹਾਂ। ਨੈਕਸਟ ਕੁਐਸਚਨ ਜੀ, ਸਾਡੇ ਬਲੱਡ ਨਾਲ ਰਿਲੇਟਡ ਦੋ ਕੁਐਸਚਨ ਰਹਿ ਗਏ ਸੀ, ਦੇਖ ਲਈਏ। ਵਟ ਇਜ਼ ਦਾ ਸਟ੍ਰੋਕ ਵੋਲੀਅਮ। ਸਟ੍ਰੋਕ ਵੋਲੀਅਮ ਕੀ ਹੁੰਦਾ ਜੀ? ਤਾਂ ਸਟ੍ਰੋਕ ਵੋਲੀਅਮ ਬੇਸਿਕਲੀ ਕੀ ਹੈ ਕਿ ਸਾਡਾ ਹਾਰਟ ਹੈ ਜਿਹੜਾ ਉਹ ਇੱਕ ਵਾਰ ਦੇ ਵਿੱਚ ਕਿੰਨਾ ਬਲੱਡ ਹੈ ਜਿਹੜਾ ਉਹ ਪੰਪ ਕਰ ਸਕਦਾ ਹੈ। ਤਾਂ ਦ ਵੋਲੀਅਮ ਆਫ ਬਲੱਡ ਇਜੈਕਟਡ ਫਰੋਮ ਦਾ ਹਾਰਟ ਇਨ ਵਨ ਕੰਟਰੈਕਸ਼ਨ। ਇੱਕ ਕੰਟਰੈਕਸ਼ਨ ਦੇ ਵਿੱਚ ਸਾਡਾ ਬਲੱਡ ਕਿੰਨੇ ਖੂਨ ਨੂੰ, ਸਾਡਾ ਹਾਰਟ ਹੈ ਜਿਹੜਾ ਕਿੰਨੇ ਬਲੱਡ ਨੂੰ ਬਾਹਰ ਪੰਪ ਕਰ ਸਕਦਾ, ਇਹਨੂੰ ਅਸੀਂ ਕੀ ਕਹਿੰਦੇ ਹਾਂ ਜੀ? ਸਟ੍ਰੋਕ ਵੋਲੀਅਮ। ਨੈਕਸਟ ਦੇਖ ਲਈਏ ਜੀ, ਕਾਰਡੀਅਕ ਆਊਟਪੁੱਟ ਕੀ ਹੁੰਦੀ ਹੈ? ਕਾਰਡੀਅਕ ਆਊਟਪੁੱਟ ਹੁੰਦੀ ਹੈ ਕਿ ਤੁਸੀਂ 1 ਮਿੰਟ ਦੇ ਵਿੱਚ ਕਿੰਨਾ ਜਿਹੜਾ ਬਲੱਡ ਹੈ ਉਹ ਪੰਪ ਕਰ ਸਕਦੇ ਹੋ। ਅਤੇ ਇਹਦਾ ਮਤਲਬ ਕੀ ਹੈ ਕਿ ਦਾ ਅਮਾਊਂਟ ਆਫ ਬਲੱਡ ਪੰਪਡ ਬਾਏ ਦਾ ਹਾਰਟ ਪਰ ਮਿੰਟ, 1 ਮਿੰਟ ਦੇ ਵਿੱਚ ਕਿੰਨਾ ਬਲੱਡ ਪੰਪ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਕਾਰਡੀਅਕ ਆਊਟਪੁੱਟ ਕੱਢਣ ਲਈ ਦਿੱਤੀ ਜਾਵੇ ਕਿ ਤੁਸੀਂ ਕੈਲਕੂਲੇਟ ਕਰਨੀ ਹੈ ਕਾਰਡੀਅਕ ਆਊਟਪੁੱਟ ਕਿਸੇ ਵਿਅਕਤੀ ਦੀ ਕਿੰਨੀ ਹੈ, ਤਾਂ ਉਹਦਾ ਫਾਰਮੂਲਾ ਕੀ ਹੋਏਗਾ ਜੀ? ਤਾਂ ਇਹਦੇ ਸਾਨੂੰ ਜਿਹੜੀ ਕਿਸੇ ਵਿਅਕਤੀ ਦੀ ਹਾਰਟ ਰੇਟ ਹੈ, ਹਾਰਟ ਰੇਟ ਨੂੰ ਮਲਟੀਪਲਾਈ ਕਰਨਾ ਪਏਗਾ ਜੀ ਸਾਨੂੰ ਉਸ ਦੇ ਸਟ੍ਰੋਕ ਵੋਲੀਅਮ ਦੇ ਨਾਲ। ਤਾਂ ਇਹਦਾ ਸਹੀ ਆਨਸਰ ਜਿਹੜਾ ਉਹ ਆਏਗਾ, ਰਾਈਟ ਆਨਸਰ ਆਏਗਾ ਜੀ ਹਾਰਟ ਰੇਟ ਮਲਟੀਪਲਾਈਡ ਬਾਈ ਸਟ੍ਰੋਕ ਵੋਲੀਅਮ। ਤਾਂ ਕਈ ਵਾਰ ਇੱਕ ਮੈਕਸੀਮਮ ਹਾਰਟ ਰੇਟ ਪੁੱਛ ਲਈ ਜਾਂਦੀ ਹੈ ਜੀ। ਮੈਕਸੀਮਮ ਹਾਰਟ ਰੇਟ ਕੱਢਣ ਦਾ ਫਾਰਮੂਲਾ ਹੁੰਦਾ 220 ਮਾਈਨਸ, ਹਾਰਟ ਰੇਟ ਕੱਢਣ ਦਾ ਜਿਹੜਾ ਫਾਰਮੂਲਾ ਸਾਡਾ ਜੀ ਉਹ ਹੁੰਦਾ 220 ਮਾਈਨਸ
ਏਜ ਹੈ ਜਿਹੜੀ ਤੁਹਾਡੀ, ਮੰਨ ਲਓ ਕਿ ਜਿਹੜੀ ਤੁਹਾਡੀ ਏਜ ਹੈਗੀ ਹੈ ਜੀ ਉਹ ਹੈਗੀ ਆ 50 ਸਾਲ, ਤਾਂ 220 ਮਾਈਨਸ 50 ਤਾਂ ਤੁਹਾਡੀ ਮੈਕਸੀਮਮ ਹਾਰਟ ਰੇਟ ਕਿੰਨੀ ਹੋ ਗਈ ਜੀ 170। ਤੁਹਾਡੀ ਮੈਕਸੀਮਮ ਹਾਰਟ ਰੇਟ ਹੈ ਜਿਹੜੀ ਉਹ ਹੈਗੀ ਹੈ। ਤਾਂ ਇਹ ਮੈਕਸੀਮਮ ਹਾਰਟ ਰੇਟ ਕੱਢਣ ਦਾ ਫਾਰਮੂਲਾ ਹੈ ਕਿ ਤੁਹਾਡਾ ਦਿਲ ਹੈ ਜਿਹੜਾ ਵੱਧ ਤੋਂ ਵੱਧ ਕਿੰਨੀ ਵਾਰੀ ਧੜਕ ਸਕਦਾ। ਤਾਂ ਇਹ ਜਿਹੜੀ ਲਿਮਟ ਹੈਗੀ ਆ 220 ਹੈ। ਤਾਂ ਜਿਵੇਂ ਜਿਵੇਂ ਤੁਹਾਡੀ ਏਜ ਵਧੀ ਜਾਂਦੀ ਹੈ ਤਾਂ ਜਿਹੜੀ ਤੁਹਾਡੀ ਹਾਰਟ ਬੀਟ ਦੀ ਕਪੈਸਿਟੀ ਉਹ ਘੱਟ ਹੋਈ ਜਾਂਦੀ ਹੈ। ਤਾਂ ਇਹ ਥੋੜ੍ਹੀ ਲੰਗਸ ਦੇ ਨਾਲ ਰਿਲੇਟਡ ਟਰਮਸ ਹੈਗੀਆਂ ਨੇ, ਅਸੀਂ ਇੱਕ ਵਾਰ ਕੁਐਸਚਨ ਕਰ ਲਏ ਨੇ ਤਾਂ ਥੋੜ੍ਹਾ ਦੁਬਾਰਾ ਦੇਖ ਲਈਏ। ਤਾਂ ਜਿਹੜੀ ਫੇਫੜਿਆਂ ਦੇ ਵਿੱਚ ਤੁਹਾਡੇ ਇਹ ਹਵਾ ਬਚੀ ਪਈ ਹੈ ਇਹ ਆਲਵੇਜ਼ ਇੱਥੇ ਰਹੂਗੀ ਹੀ ਰਹੂਗੀ। ਤਾਂ ਇਹਨੂੰ ਅਸੀਂ ਕੀ ਕਹਿੰਦੇ ਹਾਂ ਜੀ ਰੈਜ਼ੀਡੂਅਲ ਵੋਲੀਅਮ ਬੋਲਦੇ ਹਾਂ। ਤਾਂ ਇਹ ਹਵਾ ਹੈ ਜਿਹੜੀ ਇਹ ਬਚੀ ਰਹਿੰਦੀ ਹੈ, ਤੁਸੀਂ ਜਿੰਨਾ ਮਰਜ਼ੀ ਜ਼ੋਰ ਨਾਲ ਸਾਹ ਹੈ ਜਿਹੜਾ ਉਹਨੂੰ ਬਾਹਰ ਕੱਢ ਲਓ ਤਾਂ ਜਿਹੜੀ ਇਹ ਹਵਾ ਫੇਫੜਿਆਂ ਦੇ ਵਿੱਚ ਬਚੀ ਰਹਿ ਜਾਂਦੀ ਇਹਨੂੰ ਅਸੀਂ ਕੀ ਕਹਿੰਦੇ ਹਾਂ ਜੀ ਰੈਜ਼ੀਡੂਅਲ ਵੋਲੀਅਮ ਅਸੀਂ ਇਹਨੂੰ ਕਹਿ ਦਿੰਦੇ ਹਾਂ। ਅੱਗੇ ਸਾਡੇ ਕੋਲ ਆ ਜਾਂਦਾ ਜੀ ਐਕਸਪੀਰੇਟਰੀ ਰਿਜ਼ਰਵ ਵੋਲੀਅਮ। ਤਾਂ ਤੁਸੀਂ ਧੱਕੇ ਨਾਲ ਹਵਾ ਕਿੰਨੀ ਜਿਹੜੀ ਬਾਹਰ ਕੱਢ ਸਕਦੇ ਹੋ ਹੈ ਨਾ, ਧੱਕੇ ਨਾਲ ਜਿੰਨੀ ਹਵਾ ਬਾਹਰ ਕੱਢ ਸਕਦੇ ਹੋ ਉਹਨੂੰ ਅਸੀਂ ਕੀ ਕਹਿੰਦੇ ਆ ਐਕਸਪੀਰੇਟਰੀ ਰਿਜ਼ਰਵ ਵੋਲੀਅਮ। ਤਾਂ ਇਹਦੇ 'ਚ ਤੁਸੀਂ ਇਹਦੇ 'ਚ ਨਹੀਂ ਛੇੜਛਾੜ ਕਰ ਸਕਦੇ, ਤਾਂ ਜਿੰਨਾ ਤੁਸੀਂ ਵੱਧ ਤੋਂ ਵੱਧ ਧੱਕੇ ਨਾਲ ਸਾਹ ਅੰਦਰ ਖਿੱਚਿਆ ਸੀ ਉਸੇ ਸਾਹ ਨੂੰ ਤੁਸੀਂ ਬਾਹਰ ਕੱਢ ਸਕਦੇ ਹੋ। ਤਾਂ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਜੀ ਟਾਈਡਲ ਵੋਲੀਅਮ। ਟਾਈਡਲ ਵੋਲੀਅਮ ਜਿਹੜਾ ਤੁਸੀਂ ਨੋਰਮਲ ਸਾਹ ਲੈਂਦੇ ਹੋ, ਤੁਸੀਂ ਬਿਨਾਂ ਜ਼ੋਰ ਪਾਏ, ਨਾ ਹੀ ਸਾਹ ਜ਼ਿਆਦਾ ਅੰਦਰ ਖਿੱਚ ਰਹੇ ਹੋ ਨਾ ਹੀ ਬਾਹਰ ਕੱਢ ਰਹੇ ਹੋ, ਨੋਰਮਲ ਸਾਹ ਲੈ ਰਹੇ ਹੋ ਜਿਹੜੇ, ਉਹ ਕੀ ਹੁੰਦੇ ਨੇ ਸਾਡੇ ਟਾਈਡਲ ਵੋਲੀਅਮ ਕਹਿੰਦੇ ਆ ਜੀ ਅਸੀਂ ਉਹਨੂੰ। ਉਸ ਤੋਂ ਬਾਅਦ ਇੰਸਪੀਰੇਟਰੀ ਰਿਜ਼ਰਵ ਵੋਲੀਅਮ। ਇੰਸਪੀਰੇਟਰੀ ਰਿਜ਼ਰਵ ਵੋਲੀਅਮ ਹੁੰਦਾ ਕਿ ਜਦੋਂ ਤੁਸੀਂ ਇੱਕ ਤਾਂ ਨੋਰਮਲ ਸਾਹ ਸੀਗਾ ਹੈ ਨਾ, ਜਦੋਂ ਤੁਸੀਂ ਧੱਕੇ ਨਾਲ ਵੱਧ ਸਾਹ ਅੰਦਰ ਖਿੱਚਦੇ ਹੋ ਉਹਨੂੰ ਅਸੀਂ ਕੀ ਕਹਿੰਦੇ ਆ ਇੰਸਪੀਰੇਟਰੀ ਰਿਜ਼ਰਵ ਵੋਲੀਅਮ, ਕਿ ਧੱਕੇ ਨਾਲ ਕਿੰਨੀ ਹਵਾ ਜਿਹੜੀ ਉਹ ਅੰਦਰ ਲੈ ਕੇ ਜਾ ਸਕਦੇ ਹੋ। ਤਾਂ ਇੱਥੋਂ ਹਵਾ ਬਾਹਰ ਕਿੰਨੀ ਕੱਢ ਸਕਦੇ ਸੀ, ਇਹ ਹੈਗਾ ਜੀ ਸਾਡਾ ਐਕਸਪੀਰੇਟਰੀ ਰਿਜ਼ਰਵ ਵੋਲੀਅਮ। ਪਰ ਇੰਸਪੀਰੇਟਰੀ ਰਿਜ਼ਰਵ ਵੋਲੀਅਮ ਕੀ ਹੈ ਜੀ ਸਾਡਾ, ਕਿ ਤੁਸੀਂ ਧੱਕੇ ਨਾਲ ਕਿੰਨੀ ਹਵਾ ਜਿਹੜੀ ਉਹ ਅੰਦਰ ਲੈ ਕੇ ਆ ਸਕਦੇ ਹੋ ਉਹਨੂੰ ਅਸੀਂ ਕੀ ਕਹਿੰਦੇ ਆ ਇੰਸਪੀਰੇਟਰੀ ਰਿਜ਼ਰਵ ਵੋਲੀਅਮ। ਇਸ ਤੋਂ ਬਿਨਾਂ ਜੀ ਸਾਡੀ ਵਾਈਟਲ ਕਪੈਸਿਟੀ ਹੁੰਦੀ ਹੈ। ਹੁਣ ਵਾਈਟਲ ਕਪੈਸਿਟੀ ਦੇਖੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਮਿਲ ਕੇ ਬਣਦੀ ਹੈ। ਵਾਈਟਲ ਕਪੈਸਿਟੀ ਦੇ ਵਿੱਚ ਤੁਹਾਡੀ IRV ਹੁੰਦੀ ਹੈ ਜੀ, ਪਲੱਸ ਟਾਈਡਲ ਵੋਲੀਅਮ ਹੁੰਦਾ ਅਤੇ ਪਲੱਸ ਤੁਹਾਡਾ ਇਹਦੇ ਵਿੱਚ ਕੀ ਹੁੰਦਾ ਹੈ ਜੀ ERV। ਤਿੰਨ ਚੀਜ਼ਾਂ ਨੂੰ ਮਿਲ ਕੇ ਵਾਈਟਲ ਕਪੈਸਿਟੀ ਹੈ ਜਿਹੜੀ ਉਹ ਬਣਦੀ ਹੈ ਸਾਡੀ। ਤਿੰਨ ਚੀਜ਼ਾਂ ਨੂੰ ਮਿਲ ਕੇ ਸਾਡੀ ਵਾਈਟਲ ਕਪੈਸਿਟੀ ਹੈ ਜਿਹੜੀ ਤਿੰਨ ਚੀਜ਼ਾਂ ਨੂੰ ਮਿਲ ਕੇ ਸਾਡੀ ਬਣਦੀ ਹੈ ਜੀ। ਇਹਦੇ 'ਚ ਇੱਕ ਤਾਂ ਕਹਿ ਸਕਦੇ ਹਾਂ ਅਸੀਂ IR ਕਹਿ ਸਕਦੇ ਹਾਂ, ਇੰਸਪੀਰੇਟਰੀ ਰਿਜ਼ਰਵ ਵੋਲੀਅਮ ਹੁੰਦਾ ਜੀ। ਦੂਸਰਾ ਪਲੱਸ ਇਹਦੇ ਵਿੱਚ ਟਾਈਡਲ ਵੋਲੀਅਮ ਹੁੰਦਾ ਹੈ ਅਤੇ ਤੀਸਰਾ ਪਲੱਸ ਇਹਦੇ ਵਿੱਚ ਐਕਸਪੀਰੇਟਰੀ ਰਿਜ਼ਰਵ ਵੋਲੀਅਮ ਹੁੰਦਾ। ਐਕਸਪੀਰੇਟਰੀ ਰਿਜ਼ਰਵ ਵੋਲੀਅਮ ਹੁੰਦਾ। ਇਹਨੂੰ ਅਸੀਂ ਕੀ ਕਹਾਂਗੇ ਜੇ ਤਿੰਨੇ ਇਕੱਠੀਆਂ ਹੋ ਜਾਣ ਵਾਈਟਲ ਕਪੈਸਿਟੀ। ਕਈ ਵਾਰ ਪੁੱਛ ਲਿਆ ਜਾਂਦਾ ਕਿ ਵਾਈਟਲ ਕਪੈਸਿਟੀ ਕਿੰਨਾ ਕਿੰਨਾ ਦਾ ਜੋੜ ਹੈਗੀ ਆ, ਤਾਂ ਇੰਸਪੀਰੇਟਰੀ ਰਿਜ਼ਰਵ ਵੋਲੀਅਮ ਦਾ ਹੈਗੀ ਆ ਜੀ ਟਾਈਡਲ ਵੋਲੀਅਮ ਦਾ ਅਤੇ ਐਕਸਪੀਰੇਟਰੀ ਰਿਜ਼ਰਵ ਵੋਲੀਅਮ, ਇਹਨਾਂ ਤਿੰਨਾਂ ਦਾ ਜੋੜ ਹੈ ਜਿਹੜਾ ਉਹ ਕੀ ਹੈ ਵਾਈਟਲ ਕਪੈਸਿਟੀ ਹੈਗੀ ਹੈ। ਅਤੇ ਟੋਟਲ ਲੰਗ ਕਪੈਸਿਟੀ ਕਿੰਨੀ ਹੈ ਜੀ ਵਾਈਟਲ ਕਪੈਸਿਟੀ ਪਲੱਸ ਜਿਹੜੀ ਸਾਡੀ ਰੈਜ਼ੀਡੂਅਲ ਵੋਲੀਅਮ ਹੈ ਜਿਹਨੂੰ ਅਸੀਂ ਫੰਕਸ਼ਨਲ ਰੈਜ਼ੀਡੂਅਲ ਕਪੈਸਿਟੀ ਵੀ ਕਹਿ ਦਿੰਦੇ ਹਾਂ। ਜੇਕਰ ਅਸੀਂ ਵਾਈਟਲ ਕਪੈਸਿਟੀ ਦੇ ਨਾਲ ਪਲੱਸ ਕਰ ਦਿੰਦੇ ਹਾਂ ਇਹਨੂੰ ਤਾਂ ਸਾਡੇ ਕੋਲ ਕੀ ਆ ਜਾਂਦਾ ਜੀ ਟੋਟਲ ਲੰਗ ਕਪੈਸਿਟੀ ਹੈ ਜਿਹੜੀ ਉਹ ਆ ਜਾਂਦੀ ਹੈ। ਤਾਂ ਇਹ ਕੀ ਹੈ ਸਾਡੇ ਕੋਲ ਟੋਟਲ ਲੰਗ ਕਪੈਸਿਟੀ, ਇਹ ਹੈਗੀ ਹੈ ਸਾਡੇ ਕੋਲ ਵਾਈਟਲ ਕਪੈਸਿਟੀ ਜੀ। ਅਤੇ ਇਹ ਸਾਡੀ ਜੇਕਰ ਪਲੱਸ ਕਰ ਲੈਂਦੇ ਹਾਂ ਟੋਟਲ ਲੰਗ ਕਪੈਸਿਟੀ ਕੱਢਣੀ ਆ ਤਾਂ ਇਹ ਹੈ ਸਾਡੀ ਰੈਜ਼ੀਡੂਅਲ ਵੋਲੀਅਮ। ਤਾਂ ਇਹ ਟਰਮ ਹੈਗੇ ਨੇ ਜੇਕਰ ਸਾਨੂੰ ਪੁੱਛ ਲਿਆ ਜਾਂਦਾ ਜੀ ਕਿ ਲੰਗ ਵੋਲੀਅਮ ਜਾਂ ਲੰਗ ਕਪੈਸਿਟੀ ਕੀ ਨੇ, ਤਾਂ ਲੰਗ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜੇਕਰ ਅਸੀਂ ਲੰਗ ਕਪੈਸਿਟੀ ਦੇਖਣੀ ਹੋਵੇ ਸਪਾਇਰੋਮੀਟਰ ਨਾਲ ਦੇਖਦੇ ਹਾਂ। ਜਿਹੜੀਆਂ ਲਾਈਨਾਂ ਉੱਤੇ ਨੀਚੇ ਹੋ ਰਹੀਆਂ ਨੇ ਇਹਨੂੰ ਕਾਹਦੇ ਰਾਹੀਂ ਦੇਖਿਆ ਜਾਂਦਾ ਜੀ ਸਪਾਇਰੋਗ੍ਰਾਮ ਦੇ ਰਾਹੀਂ ਦੇਖਿਆ ਜਾਂਦਾ। ਅਗਲਾ ਕੁਐਸਚਨ ਦੇਖ ਲਿਓ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਟਾਈਪ ਆਫ ਰੈਸਪੀਰੇਸ਼ਨ ਇਨ ਹਿਊਮਨ। ਹਿਊਮਨ ਦੇ ਵਿੱਚ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਰੈਸਪੀਰੇਸ਼ਨ ਨਹੀਂ ਹੁੰਦੀ। ਐਕਸਟਰਨਲ ਵੀ ਹੁੰਦੀ ਹੈ, ਇੰਟਰਨਲ ਵੀ ਹੁੰਦੀ ਹੈ, ਸੈਲੂਲਰ ਵੀ ਹੁੰਦੀ ਹੈ। ਤਾਂ ਵੈਸਕੂਲਰ ਹੈ ਜਿਹੜੀ ਰੈਸਪੀਰੇਸ਼ਨ ਉਹ ਮਨੁੱਖਾਂ ਦੇ ਵਿੱਚ ਨਹੀਂ ਹੁੰਦੀ ਜੀ। ਨੈਕਸਟ ਕੁਐਸਚਨ ਦੇਖ ਲਈਏ, ਵਿਚ ਟਾਈਪ ਆਫ ਰੈਸਪੀਰੇਸ਼ਨ ਓਕਰਸ ਇਨ ਲੰਗਸ ਐਂਡ ਇਨਵੋਲਵਸ ਦਾ ਐਕਸਚੇਂਜ ਆਫ ਗੈਸਿਸ ਬਿਟਵੀਨ ਏਅਰ ਐਂਡ ਬਲੱਡ। ਤਾਂ ਉੱਪਰਲਿਆਂ ਦੇ ਵਿੱਚੋਂ ਕਿਹੜੀ ਹੈ ਜੀ ਜਿਹੜੀ ਔਕਰ ਹੁੰਦੀ ਹੈ ਲੰਗਸ ਦੇ ਵਿੱਚ, ਰੈਸਪੀਰੇਸ਼ਨ ਹੈ ਜਿਹੜੀ ਔਕਰ ਹੁੰਦੀ ਹੈ ਜਿਹਦੇ ਵਿੱਚ ਗੈਸ ਐਕਸਚੇਂਜ ਕੀਤੀਆਂ ਜਾਂਦੀਆਂ ਨੇ, ਹਵਾ ਦੇ ਵਿੱਚੋਂ ਗੈਸ ਕੱਢ ਕੇ ਬਲੱਡ ਦੇ ਵਿੱਚ ਪਾ ਦਿੱਤੀ ਜਾਂਦੀ ਹੈ। ਇਸ ਨੂੰ ਬੋਲਿਆ ਜਾਂਦਾ ਜੀ ਐਕਸਟਰਨਲ ਰੈਸਪੀਰੇਸ਼ਨ। ਜਦੋਂ ਹਵਾ ਦੇ ਵਿੱਚੋਂ ਗੈਸ ਲੈ ਕੇ ਬਲੱਡ ਦੇ ਵਿੱਚ ਪਾਈ ਜਾਂਦੀ ਹੈ ਇਹਨੂੰ ਅਸੀਂ ਕੀ ਕਹਿੰਦੇ ਹਾਂ ਐਕਸਟਰਨਲ ਰੈਸਪੀਰੇਸ਼ਨ। ਨੈਕਸਟ ਦੇਖ ਲਈਏ, ਵਿਚ ਟਾਈਪ ਆਫ ਰੈਸਪੀਰੇਸ਼ਨ ਅਕਰਸ ਇਨ ਦਾ ਟਿਸ਼ੂਜ਼ ਐਂਡ ਇਨਵੋਲਵਸ ਦਾ ਐਕਸਚੇਂਜ ਆਫ ਗੈਸਿਸ ਬਿਟਵੀਨ ਦਾ ਬਲੱਡ ਐਂਡ ਸੈਲਸ। ਜਦੋਂ ਬਲੱਡ ਅਤੇ ਸੈੱਲ ਦੇ ਵਿੱਚ ਗੈਸਾਂ ਐਕਸਚੇਂਜ ਹੁੰਦੀਆਂ ਨੇ ਇਹਨੂੰ ਅਸੀਂ ਕਹਿੰਦੇ ਹਾਂ ਜੀ ਇੰਟਰਨਲ ਰੈਸਪੀਰੇਸ਼ਨ। ਥਰਡ ਹੈਗਾ ਜੀ ਸਾਡੇ ਕੋਲ ਵਿਚ ਟਾਈਪ ਆਫ ਰੈਸਪੀਰੇਸ਼ਨ ਇਨਵੋਲਵਸ ਦਾ ਬ੍ਰੇਕ ਡਾਊਨ ਆਫ ਗਲੂਕੋਜ਼ ਟੂ ਪ੍ਰੋਡਿਊਸ ਐਨਰਜੀ ਇਨ ਦਾ ਫੋਰਮ ਆਫ ATP। ਤਾਂ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਹੈ ਕਹਿੰਦੇ ਰੈਸਪੀਰੇਸ਼ਨ ਜਿਹਦੇ ਵਿੱਚ ਇਨਵੋਲਵ ਹੁੰਦਾ ਕਿ ਜਦੋਂ ਅਸੀਂ ਗਲੂਕੋਜ਼ ਨੂੰ ਜਿਹੜਾ ਬ੍ਰੇਕ ਡਾਊਨ ਕਰਦੇ ਹਾਂ ਤਾਂ ਕਿ ATP ਹੈ ਜਿਹੜਾ ਉਹ ਬਣਾਇਆ ਜਾ ਸਕੇ। ਤਾਂ ਇਹਨੂੰ ਬੋਲਦੇ ਹਾਂ ਜੀ ਅਸੀਂ ਸੈਲੂਲਰ
ਰੈਸਪੀਰੇਸ਼ਨ। ਤਾਂ ਤਿੰਨ ਤਰ੍ਹਾਂ ਦੀ ਸਾਡੇ ਕੋਲ ਹੋ ਗਈ। ਐਕਸਟਰਨਲ ਜਦੋਂ ਅਸੀਂ ਹਵਾ ਚੋਂ ਆਕਸੀਜਨ ਕੱਢ ਕੇ ਬਲੱਡ ਨੂੰ ਦਿੱਤੀ। ਇੰਟਰਨਲ ਹੋ ਗਈ ਜੀ ਜਦੋਂ ਬਲੱਡ ਚੋਂ ਕੱਢ ਕੇ ਸੈੱਲਾਂ ਨੂੰ ਦਿੱਤੀ। ਸੈਲੂਲਰ ਹੋ ਗਈ ਜਦੋਂ ਸੈੱਲ ਨੇ ਐਨਰਜੀ ਬਣਾਉਣ ਵਾਸਤੇ ਆਕਸੀਜਨ ਦਾ ਯੂਜ਼ ਕੀਤਾ। ਤਾਂ ਧੰਨਵਾਦ ਦੋਸਤੋ, ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਇਹਦੇ ਨਾਲ ਰਿਲੇਟਡ ਕੋਈ ਕੁਐਰੀ ਹੋਵੇ ਤਾਂ YouTube 'ਤੇ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ। ਜੇ ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਤਾਂ ਅੱਗੇ ਤੋਂ ਅਸੀਂ ਡਾਈਜੈਸਟਿਵ ਸਿਸਟਮ 'ਤੇ ਜਲਦੀ ਵੀਡੀਓ ਲੈ ਕੇ ਆ ਰਹੇ ਹਾਂ ਜੀ। ਧੰਨਵਾਦ।